ਭਾਗਾਂ ਦੀ ਡੋਰ। ਨਵਤੇਜ ਸਿੰਘ। ਸਾਰਾ ਪਿੰਡ ਪ੍ਰਤਾਪੀ ਸਾਧ ਨੂੰ ਉਡੀਕ ਰਿਹਾ ਸੀ, ਕਦੋਂ ਉਹਨਾਂ ਦੇ ਪਿੰਡ ਚਰਨ ਪਾਉਂਦਾ ਤੇ ਡੰਗਰਾਂ ਦਾ ਟੂਣਾ ਕਰਦਾ ਹੈ। ਤੇਜੂ ਮਜਬੀ ਨੂੰ ਤੇ ਜਾਪ ਰਿਹਾ ਸੀ ਜਿਵੇਂ ਭਾਗਾਂ ਦੀ ਡੋਰ ਹੀ ਉਸ ਸਾਧ ਦੇ ਹੱਥ ਵਿੱਚ ਹੈ। ਪੈਲੀਆਂ ਵਾਲਿਆਂ ਦੀਆਂ ਮਰਚਾਂ ਫੁੱਲ ਕੁੱਡੀ ਲੱਗ ਕੇ ਸੱਜ ਗਈਆਂ ਸਨ। ਕੋਈ ਆਪਣਾ ਕਮਾਦ ਗੋਡਦਾ ਗਾਇਆ ਕਰਦਾ ਸੀ ਤੇ ਕੋਈ ਆਪਣੇ ਝੋਨੇ ਦੀ ਪਨੀਰੀ ਵਿੱਚੋਂ ਨਦੀਨ ਕੱਢ ਰਿਹਾ ਸੀ, ਪਰ ਤੇਜੂ ਕੋਲ ਤਾਂ ਇੱਕੋ ਉਹਦੀ ਬਿੱਲੋ ਹੀ ਸੀ। ਪਿੰਡ ਵਿੱਚ ਰੋਜ਼ ਹੀ ਕੁਝ ਡੰਗਰ ਕੰਨ ਢਿੱਲੇ ਛੱਡਣ ਲੱਗ ਪਏ ਸਨ। ਉਹ ਪੱਠੇ ਖਾਣੇ ਛੱਡ ਦਿੰਦੇ ਤੇ ਫਿਰ ਕੁਝ ਚਿਰ ਪਿੱਛੋਂ ਸੰਗ ਟੱਡ ਲੈਂਦੇ, ਮੂੰਹੋਂ ਝੱਗ ਵਗਦੀ, ਔਖੇ ਸਾਹ ਲੈਂਦੇ ਜਿਵੇਂ ਗਲ ਫੜਿਆ ਜਾਏ। ਬੜੇ ਔੜ ਪੌੜ ਲੋਕਾਂ ਕੀਤੇ ਪਰ ਕੋਈ ਵਾਹ ਨਹੀਂ ਸੀ। ਪਿੰਡ ਦੇ ਕਈ ਡੰਗਰ ਮਰ ਚੁੱਕੇ ਸਨ। ਵੱਡਾ ਹਨੇਰ ਇਹ ਸੀ ਕਿ ਲਵੇ ਪਸ਼ੂ ਤੇ ਚੋਟੀ ਦੇ ਡੰਗਰ ਹੀ ਇੰਝ ਫੜੇ ਜਾਂਦੇ ਸਨ। ਜਿਹੜੇ ਵੱਗ ਵਿੱਚ ਸਭ ਤੋਂ ਵੱਧ ਫੱਬਦੇ ਸਨ, ਉਹਨਾਂ ਉੱਤੇ ਇਹ ਸਾੜ ਸਤੀ ਆਈ ਸੀ। ਪਿੰਡ ਵਿੱਚ ਕੁਝ ਨੇ ਕਿਹਾ ਕਿ ਸਾਧ ਨੂੰ ਛੱਡੋ, ਐਤਕੀ ਬਲਾਕ ਵਾਲਿਆਂ ਨੂੰ ਦਰਖਾਸਤ ਦੇ ਕੇ ਸਭਨਾਂ ਪਸ਼ੂਆਂ ਦੇ ਟੀਕੇ ਲਵਾ ਲਈਏ। ਬਜ਼ੁਰਗਾਂ ਇਹ ਸਲਾਹ ਉੱਕਾ ਨਾ ਮੰਨੀ। ਟੜੇ ਟੀਕਿਆਂ ਕੁਝ ਨਹੀਂ ਸਵਾਰਨਾ। ਸਰਕਾਰੀ ਕੰਮਾਂ ਦੀ ਸੁਸਰੀ ਚਾਲ ਦਾ ਪਤਾ ਹੀ ਹੈ ਤੁਹਾਨੂੰ। ਪਹਿਲਾਂ ਸਾਰੇ ਪਿੰਡ ਦੇ ਦਸਤਖਤ ਕਰਾਉਂਗੇ, ਫਿਰ ਦਰਖਾਸਤਾਂ ਦਿੰਦੇ ਫਿਰੋਗੇ। ਕਿੰਨੇ ਦਿਨ ਦਰਖਾਸਤ ਦਫ਼ਤਰਾਂ ਵਿੱਚ ਚੱਕਰ ਕੱਢੇਗੀ ਤੇ ਪਿੱਛੋਂ ਭਾਵੇਂ ਪਰ ਸਾਲ ਵਾਂਗ ਡੰਗਰ ਡਾਕਟਰ ਸਿਰ ਹਿਲਾ ਦੇ। ਟੀਕਿਆਂ ਦੀ ਦਵਾਈ ਨਹੀਂ ਹੈ। ਅਖੀਰ ਜਿਨ੍ਹਾਂ ਟੀਕਿਆਂ ਲਈ ਆਵਾਜ਼ ਕੱਢੀ ਸੀ ਉਹ ਵੀ ਸਾਧ ਦੀ ਸ਼ਰਨ ਲੈਣੀ ਮੰਨ ਗਏ। ਬੜਾ ਪ੍ਰਤਾਪੀ ਤੇ ਕਰਨੀ ਵਾਲਾ ਸਾਧ ਸੀ ਉਹ। ਹੁਣ ਤਾਂ ਬਿਰਧ ਹੋ ਚੁੱਕਿਆ ਸੀ, ਪਰ ਜਦੋਂ ਭਰ ਜਵਾਨ ਹੁੰਦਾ ਸੀ ਤਾਂ ਦੱਸਦੇ ਸਨ ਕਿ ਇੱਕ ਵਾਰ ਡੇਰੇ ਵਿੱਚ ਆਈ ਕਿਸੇ ਜਵਾਨ ਤੀਵੀਂ ਨਾਲ ਉਹਦੇ ਉੱਤੇ ਉੱਜ ਲੱਗ ਗਈ। ਸਾਧ ਨੇ ਇਹ ਅਨਰਥ ਸੁਣਦਿਆਂ ਸਾਰ ਹੀ ਆਪਣੀ ਇੰਦਰੀ ਵੜ ਦਿੱਤੀ ਸੀ। ਅੱਜ ਪਿੰਡ ਦੇ ਮੋਹਰੀ ਇਸੇ ਸਾਧ ਨੂੰ ਲਿਆਉਣ ਲੱਗ ਗਏ ਸਨ। ਪਹਿਲਾਂ ਲੋਕੀ ਸਹਿ ਸੁਭਾਅ ਆਪਣੇ ਡੰਗਰਾਂ ਨੂੰ ਕਹਿ ਛੱਡਦੇ ਹੁੰਦੇ, ਤੈਨੂੰ ਗੜੀ ਪਈ ਏ, ਪਰ ਕੁਝ ਦਿਨਾਂ ਤੋਂ ਇੰਝ ਕੋਈ ਨਹੀਂ ਸੀ ਕਹਿੰਦਾ। ਤੇਜੂ ਮਜਬੀ ਨੇ ਤਾਂ ਆਪਣੀ ਝੋਟੀ ਨੂੰ ਪਹਿਲਾਂ ਵੀ ਕਦੇ ਗਾਲ ਨਹੀਂ ਸੀ ਕੱਢੀ। ਉਹਨੇ ਛੋਟੀ ਜਿਹੀ ਕੱਟੀ ਤੋਂ ਆਪਣੀ ਬਿੱਲੋ ਐਡੀ ਕੀਤੀ ਸੀ। ਜਦੋਂ ਰੋਟੀ ਖਾਂਦਾ ਤਾਂ ਉਹਦੀ ਬਿੱਲੋ ਚੌਂਤਰੇ ਕੋਲ ਆ ਜਾਂਦੀ। ਉਹਨੇ ਉਹਨੂੰ ਬੁਰਕੀਆਂ ਦੇ ਪੁੱਤਰਾਂ ਵਾਂਗ ਪਾਲਿਆ ਸੀ। ਬਿੱਲੋ ਜਿੱਥੇ ਵੀ ਹੁੰਦੀ ਸੀ ਉਹਨੂੰ ਵੇਖ ਕੇ ਅੜਿੰਗਣ ਲੱਗ ਪੈਂਦੀ ਤੇ ਜਿਵੇਂ ਕਿਤੇ ਬਿੱਲੋ ਨੂੰ ਪਤਾ ਸੀ ਕਿ ਚੇਤੇ ਸ਼ਾਹ ਤੇਜੂ ਨੂੰ ਕਰਜ਼ਾ ਤਾਰਨ ਲਈ ਬੜੀ ਤੜੀ ਦੇ ਰਿਹਾ ਹੈ। ਉਹ 3.5 ਵਰ੍ਹਿਆਂ ਵਿੱਚ ਹੀ ਸੂ ਪਈ ਸੀ। ਚੇਤੇ ਸ਼ਾਹ ਨੂੰ ਬਥੇਰਾ ਜ਼ੋਰ ਲਾਇਆ ਸੀ ਕਿ ਤੇਜੂ ਉਹਨਾਂ ਦੀ ਬਿੱਲੋ ਦੇ ਦੇ, ਭਾਵੇਂ ਸਾਰੇ ਖਾਤੇ ਉੱਤੇ ਲਕੀਰਾਂ ਫਿਰਵਾ ਲਏ। ਪਰ ਤੇਜੂ ਤਾਂ ਬਿੱਲੂ ਦੇ ਸੂੰਦਿਆਂ ਸਾਰ ਜ਼ੈਲੋ ਦੋਧੀ ਕੋਲੋਂ 100 ਰੁਪਇਆ ਪੇਸ਼ਗੀ ਫੜ ਕੇ ਇੱਕ ਕਿਸ਼ਤ ਚੇਤੇ ਸ਼ਾਹ ਦੀ ਤਾਰ ਦਿੱਤੀ ਤੇ ਉਹਦੀ ਆਸ ਸੀ ਕਿ ਇੱਕੋ ਸੂਏ ਵਿੱਚ ਉਹ ਭਾਰਾ ਲਾ ਲਏਗੀ। ਪਰ ਹੁਣ ਪਿੰਡ ਵਿੱਚ ਕਿਸੇ ਦੀ ਕੱਟੀ ਮਰ ਗਈ ਸੀ ਤੇ ਉਹਦੀ ਮੈਂਹ ਨਹੀਂ ਸੀ ਮਿਲਦੀ ਤੇ ਕਿਸੇ ਦੀ ਮੈਂਹ ਨੂੰ ਹੀ ਕਸਰ ਹੋ ਗਈ ਸੀ। ਤੇਜੂ ਨੂੰ ਬੜਾ ਡਰ ਲੱਗ ਰਿਹਾ ਸੀ, ਪਰ ਉਹਨੂੰ ਪ੍ਰਤਾਪੀ ਸਾਧ ਉੱਤੇ ਬੜਾ ਨਿਸ਼ਚਾ ਸੀ। ਸਾਧ ਲਈ ਗਏ ਬੰਦੇ ਖੌਪੀਏ ਪਰਤ ਆਏ। ਇੱਕ ਸਾਧ ਉਹਨਾਂ ਨਾਲ ਆਇਆ, ਪਰ ਇਹ ਪ੍ਰਤਾਪੀ ਸਾਧ ਨਹੀਂ, ਉਹਦਾ ਵੱਡਾ ਚੇਲਾ ਸੀ। ਪ੍ਰਤਾਪੀ ਸਾਧ ਨੂੰ ਉਹਨਾਂ ਤੋਂ ਪਹਿਲਾਂ ਹੋਰ ਪਿੰਡ ਵਾਲੇ ਲੈ ਗਏ ਸਨ। ਪਿੰਡ ਵਿੱਚ ਪੀਪਾ ਖੜਕ ਗਿਆ। ਭਰਾਓ, ਡੰਗਰਾਂ ਦਾ ਉਪਾਅ ਕਰਨ ਲਈ ਸਾਧ ਆ ਗਏ ਨੇ। ਪੰਚਾਇਤ ਦਾ ਹੁਕਮ ਹੈ, ਰਾਤੀ 10 ਵਜੇ ਤੋਂ ਲੈ ਕੇ ਸਵੇਰੇ ਜਦੋਂ ਤੱਕ ਸਾਰੇ ਪਿੰਡ ਦੇ ਡੰਗਰ ਨਹੀਂ ਲੰਘ ਜਾਂਦੇ, ਉਦੋਂ ਤੱਕ ਕੋਈ ਦੀਵੇ ਵਟੀ ਨਾ ਲਾਏ, ਨਾ ਹੀ ਅੱਗ ਬਾਲੇ, ਨਾ ਹੀ ਖੂਹ ਵਿੱਚੋਂ ਪਾਣੀ ਕੱਢੇ, ਨਾ ਹੀ ਨਲਕਾ ਗੇੜੇ, ਨਾ ਗਾਂ ਮੱਝ ਚੋਵੇ। ਪਿੰਡ ਬਾਹਰ ਕੋਈ ਨਾ ਜਾਏ, ਨਾ ਹੀ ਅੰਦਰ ਆਏ। ਜਿਹੜਾ ਇਸ ਨੇਮ ਦਾ ਉਲੰਘਣ ਕਰੇਗਾ ਉਹ ਪਿੰਡ ਦਾ ਦੇਣਦਾਰ ਹੋਏਗਾ। ਮੂੰਹ ਕਾਲਾ ਕਰਕੇ ਉਹਨੂੰ ਖੋਤੇ ਤੇ ਚਾੜਿਆ ਜਾਏਗਾ। 50 ਰੁਪਏ ਡੰਨ ਵੀ ਲਿਆ ਜਾਏਗਾ। ਸਾਧ ਨੇ ਚੇਤੇ ਸ਼ਾਹ ਦੀ ਹੱਟੀ ਤੋਂ ਅੱਜ ਅੱਧ ਗਜ਼ ਹਲਵਾਨ, ਨਾਰੀਅਲ ਤੇ ਸਮੱਗਰੀ ਦਾ ਡੱਬਾ ਲੈ ਲਿਆ ਤੇ ਸ਼ਾਹ ਨੇ 2 ਸਿਰ ਦੇਸੀ ਘਿਓ ਦਾ ਵੀ ਪ੍ਰਬੰਧ ਕਰ ਦਿੱਤਾ। 25 ਕੁ ਰੁਪਇਆਂ ਦਾ ਇਹ ਸਾਰਾ ਸੌਦਾ ਬਣ ਗਿਆ, ਪਰ ਚੇਤੇ ਸ਼ਾਹ ਨੇ ਖਿੜੇ ਮੱਥੇ ਉਧਾਰ ਦੇ ਦਿੱਤਾ। ਸਵੇਰੇ ਸਾਧ ਕੋਲ ਕਣਕ ਹੀ ਕਣਕ ਹੋ ਜਾਣੀ ਸੀ। ਸਾਧ ਨੇ ਇੱਕ ਕੋਰਾ ਘੜਾ ਮੰਗਵਾਇਆ ਤੇ ਉਹਦੇ ਥੱਲੇ ਮੋਰੀ ਕਰ ਲਈ। ਫਿਰ ਇੱਕ ਵਲਟੋਹੀ ਵਿੱਚ ਮੰਤਰ ਪੜ੍ਹ ਕੇ ਜਲ ਤੇ ਦੁੱਧ ਪਾਇਆ। ਸਾਧ ਦੇ ਨਾਲ ਵਲਟੋਹੀ ਤੇ ਘੜਾ ਫੜਨ ਲਈ 4-5 ਗੱਭਰੂ ਹੋ ਗਏ। ਸਾਧ ਪਵਿੱਤਰ ਜਲ ਤੇ ਦੁੱਧ ਵਲਟੋਹੀ ਵਿੱਚੋਂ ਕੱਢ ਕੇ ਘੜੇ ਵਿੱਚ ਪਾ ਦਿੰਦਾ ਤੇ ਇਹ ਘੜਾ ਪਿੰਡ ਦੇ ਬਾਹਰ ਫੇਰ ਕੇ
ਉਹਨਾਂ ਇੱਕ ਕਾਰ ਵਾਹ ਦਿੱਤੀ। ਇਸ ਕਾਰ ਤੋਂ ਪਾਰ ਕਿਸੇ ਨੇ ਜਾਣਾ ਨਹੀਂ ਤੇ ਨਾ ਹੀ ਪਾਰੋਂ ਇਹਦੇ ਅੰਦਰ ਕਿਸੇ ਆਉਣਾ ਹੈ। ਇਹਦੇ ਅੰਦਰ ਜੇ ਕੋਈ ਭੂਤ ਚੁੜੇਲ ਸਨ, ਉਹ ਸਾਧ ਨੇ ਆਪਣੇ ਟੂਣੇ ਨਾਲ ਸਵੇਰ ਤੱਕ ਭਸਮ ਕਰ ਦੇਣੇ ਸਨ। ਪਰ ਉਹ ਆਪਣੇ ਆਪ ਕੋਈ ਚੁੜੇਲ ਜਾਂ ਭੂਤ ਇਹ ਕਾਰ ਉਲੰਘਣਾ ਨਹੀਂ ਕਰ ਸਕਦੀ ਸੀ। ਪਰ ਜੇ ਕੋਈ ਬੰਦਾ ਉਲੰਘੇ ਤਾਂ ਉਹਦੇ ਨਾਲ ਲੱਗ ਕੇ ਇਹਨਾਂ ਦੇ ਆ ਜਾਣ ਦਾ ਡਰ ਸੀ। ਜਿਸ ਕਿਸੇ ਦੀ ਅੱਜ ਰਾਤ ਪਾਣੀ ਦੀ ਵਾਰੀ ਸੀ, ਭਾਵੇਂ ਅੱਧੀ ਰਾਤ ਨੂੰ ਜਾਂ 4 ਵਜੇ ਸਵੇਰੇ, ਉਹ ਸਭ ਪਹਿਲੋਂ ਹੀ ਪਿੰਡੋਂ ਬਾਹਰ ਹੋ ਗਏ। ਸਾਧ ਨੇ ਹਵਨ ਰਚਾ ਲਿਆ। ਉਹ ਮੰਤਰ ਉਚਾਰਦਾ ਤੇ ਨਾਲ ਨਾਲ ਅਗਨੀ ਨੂੰ ਦੇਸੀ ਘਿਓ ਤੇ ਸਮੱਗਰੀ ਅਰਪਣ ਕਰੀ ਜਾਂਦਾ ਸੀ। ਪਿੰਡ ਦੇ ਭਾਈ ਤੇ ਪੰਡਿਤ ਉਹਦੇ ਦੁਆਲੇ ਬੈਠੇ ਪਾਠ ਕਰੀ ਜਾ ਰਹੇ ਸਨ। ਭਾਈਆਂ ਨੇ ਜਪਜੀ ਸਾਹਿਬ ਦਾ 7100 ਪਾਠ ਕਰਨਾ ਸੀ। ਖਾੜਕੂ ਬੰਦਿਆਂ ਦੀਆਂ 5 ਟੋਲੀਆਂ ਬਣੀਆਂ। ਹਰ ਟੋਲੀ ਨੇ ਇਹ ਇੱਕ ਹਲਵਾਂਡਾ ਲੈ ਲਿਆ। ਸਾਧ ਨੇ ਹਵਨ ਵਿੱਚੋਂ ਕੁਝ ਅੰਗਿਆਰ ਚੁੱਕ ਕੇ ਹਲਵਾਂਡਿਆਂ ਵਿੱਚ ਪਾਈ ਤੇ ਸਮੱਗਰੀ ਧੂੜ ਦਿੱਤੀ। ਇਹ ਮਹਿਕਦਾ ਹਲਵਾਂਡਾ ਲੈ ਕੇ ਟੋਲੀਆਂ ਪਿੰਡ ਵਿੱਚ ਪੱਤੀਓਂ ਪੱਤੀ ਖਿੰਡ ਗਈਆਂ। ਬੂਹੇ ਸਭਨਾਂ ਨੇ ਪਹਿਲਾਂ ਹੀ ਖੁੱਲ੍ਹੇ ਰੱਖੇ ਸਨ। ਜੇ ਵਿਰਲਾ ਟਾਵਾਂ ਕੋਈ ਬੰਦ ਹੁੰਦਾ ਤਾਂ ਉਹ ਵੀ ਖੁਲਵਾ ਲੈਂਦੇ ਤੇ ਹਰ ਘਰ ਤੇ ਹਰ ਖੁਰਲੀ ਨੂੰ ਧੂਣੀ ਦੇਂਦੇ ਲੰਘ ਜਾਂਦੇ। ਨਾਲ ਨਾਲ ਉਹ ਉਲੰਘਣਾ ਦੀ ਵੀ ਤਾੜ ਰੱਖਦੇ। ਸਭਨਾਂ ਨੇ ਬਸ਼ੀਰ ਚਾਮੜੀ ਉੱਤੇ ਕਰੜਾ ਪਹਿਰਾ ਰੱਖਣ ਲਈ ਕਿਹਾ ਸੀ। ਡੰਗਰ ਮਰਨ ਤਾਂ ਉਹਨਾਂ ਨੂੰ ਲਾਹ ਹੁੰਦਾ ਹੈ। ਜਦੋਂ ਧੂਣੀ ਦੇਣ ਵਾਲੀ ਚਾਮੜੀ ਦੇ ਘਰ ਕੋਲ ਪੁੱਜੇ ਤਾਂ ਉਹ ਜਾਪਦਾ ਪਿਆ ਸੀ ਕਿ ਉਹਦੇ ਦੋਵੇਂ ਬੂਹੇ ਖੁੱਲ੍ਹੇ ਸਨ। ਭਰਾਵੋ, ਤੁਸੀਂ ਜਦੋਂ ਮਰਜ਼ੀ ਆਣ ਕੇ ਆਪਣਾ ਸੰਸਾ ਕੱਢ ਲਓ, ਮੈਂ ਪਿੰਡ ਦਾ ਧਰੋਹੀ ਨਹੀਂ। ਉੱਧਰ ਹਵਨ ਤੇ ਪਾਠ ਸਮੱਗਰੀ ਸਾਰੀ ਰਾਤ ਜਾਰੀ ਰਹੀ। ਇੱਧਰ ਇਹ ਟੋਲੀਆਂ ਸਾਰੀ ਰਾਤ ਪਿੰਡ ਦੇ ਘਰ ਘਰ ਦਾ ਗੇੜਾ ਕੱਢਦੀਆਂ ਰਹੀਆਂ। ਅੰਮ੍ਰਿਤ ਵੇਲੇ ਤੱਕ ਇਹ ਦੋਵੇਂ ਕਾਰਜ ਸੰਪੂਰਨ ਹੋ ਗਏ। ਸਵੇਰੇ ਸਵੇਰੇ ਸਾਧ ਨੇ ਅਰਦਾਸ ਕੀਤੀ ਤੇ ਫਿਰ ਸਾਰੇ ਪਿੰਡ ਦੇ ਡੰਗਰ ਲੰਘਾਉਣ ਦਾ ਸਮਾਂ ਹੋ ਗਿਆ। ਸਾਧ ਦੇ ਸਾਹਮਣੇ ਦੁੱਧ ਵਾਲੇ ਜਲ ਨਾਲ ਭਰਿਆ ਇੱਕ ਵੱਡਾ ਸਾਰਾ ਕੜਾਇਆ ਰੱਖਿਆ ਹੋਇਆ ਸੀ। ਜਿਸ ਵੱਡੇ ਮੋੜ ਉੱਤੇ ਸਾਰੇ ਪਿੰਡ ਦੇ ਡੰਗਰਾਂ ਨੇ ਲੰਘ ਕੇ ਇੱਥੋਂ ਪੁੱਜਣਾ ਸੀ, ਉੱਥੇ ਗਲੀ ਦੇ ਆਰ ਪਾਰ 20 ਕੁ ਕੋਰੀਆਂ ਚੱਪਣੀਆਂ ਰੱਸੀ ਨਾਲ ਬੰਨ੍ਹ ਦਿੱਤੀਆਂ ਸਨ। ਹਰ ਕਿਸੇ ਨੂੰ ਕਾਹਲ ਸੀ ਪਹਿਲਾਂ ਉਹਦੇ ਡੰਗਰ ਲੰਘ ਜਾਣ ਤੇ ਉਹ ਵਿਰਲਾ ਹੋ ਜਾਏ। ਬੋਲੀਆਂ ਲੰਘੀਆਂ, ਬੀਲੀਆਂ ਤੇ 5 ਕਲਿਆਣੀਆਂ, ਸਿਵਰੀਆਂ ਤੇ ਕੁੰਡੀ ਚੂਰ ਲੰਘੀਆਂ। ਕਾਂਵਾਂ ਰੌਲੀ ਮੱਚ ਗਈ। ਕੁਝ ਚਿਰ ਕਿਸੇ ਨੂੰ ਆਪਣੀ ਮੱਝ ਨਾ ਲੱਭੀ। ਕਿਸੇ ਦੀ ਕੱਟੀ ਖੁੱਸ ਗਈ। ਚੁਪਾਸੀ ਧੂੜ ਹੀ ਧੂੜ। ਹਰ ਟੱਬਰ ਦਾ ਇੱਕ ਜੀ ਆਪਣੀ ਮਧਾਣੀ ਤੇ ਗੜਵੀ ਲੈ ਕੇ ਤੇ ਫੀਹ ਪੂਛ ਪਾ ਕੇ ਪੱਕੇ ਕਣਕ ਦੇ ਦਾਣੇ ਪੱਲੇ ਬੰਨ੍ਹ ਕੇ ਲਿਆਇਆ ਸੀ। ਜਦੋਂ ਸਾਧ ਦੇ ਨੇੜੇ ਡੰਗਰ ਪੁੱਜਦੇ ਤਾਂ ਉਹਦੇ ਰਾਤ ਦੇ ਸੰਗੀ ਭਾਈ ਪੰਡਿਤ ਕੜਾਹੇ ਵਿਚਲੇ ਜਲ ਵਿੱਚੋਂ ਕੁਸ਼ਾ ਭਿਉਂ ਕੇ ਡੰਗਰਾਂ ਤੇ ਮਧਾਣੀਆਂ ਉੱਤੇ ਛਿਣਕਦੇ। ਉਹਨਾਂ ਵਿੱਚੋਂ ਹਰ ਕਿਸੇ ਦੀ ਗੜਵੀ ਵਿੱਚ ਇੱਕ ਪਵਿੱਤਰ ਜਲ ਪਾਈ ਜਾਂਦਾ। ਇਹ ਜਲ ਲੈ ਕੇ ਸਾਰੇ ਜਣੇ ਪੱਲੇ ਬੰਨੀ ਕਣਕ ਇੱਕ ਢੇਰੀ ਉੱਤੇ ਸੁੱਟ ਜਾਂਦੇ। ਇਹ ਢੇਰੀ ਦਰਮਿਆਨੇ ਜੱਟ ਦੇ ਬੋਹਲ ਜਿੱਡੀ ਹੁੰਦੀ ਜਾ ਰਹੀ ਸੀ। ਜਦੋਂ ਸਾਰੇ ਪਿੰਡ ਦੇ ਡੰਗਰ ਲੰਘ ਗਏ ਤਾਂ ਜਾ ਕੇ ਘਰੋਂ ਘਰੀ ਅੱਗਾਂ ਬਲੀਆਂ, ਮਧਾਣੀਆਂ ਪਈਆਂ ਤੇ ਖੂਹਾਂ ਦੀਆਂ ਪੌਣੀਆਂ ਗਿੜੀਆਂ। ਇਦੋਂ ਪਹਿਲਾਂ ਸਿਰਫ ਸਾਧ ਵਾਲੇ ਪਾਸੇ ਹੀ ਮੇਲਾ ਲੱਗਿਆ ਹੋਇਆ ਸੀ। ਬਾਕੀ ਸਾਰੇ ਪਿੰਡ ਵਿੱਚ ਤਾਂ ਜਿਵੇਂ ਕਿਤੇ ਦੇ ਫਿਰ ਗਿਆ ਹੋਇਆ। ਸਾਧ ਨੂੰ 30 ਕੁ ਮਣ ਕਣਕ ਬਣ ਗਈ। 2 ਕੁ ਮਣ ਉਹਨੇ ਚੇਤੇ ਸ਼ਾਹ ਕੋਲੋਂ ਲਈ ਸੌਦੇ ਤੇ ਘਿਓ ਲਈ ਉਹਨਾਂ ਨੂੰ ਕਟਾ ਦਿੱਤੀ। ਬਾਕੀ ਦੀ ਲਿਜਾਣ ਲਈ ਉਹਨੇ 2 ਰੇੜੇ ਲਏ ਤੇ ਆਪਣੇ ਡੇਰੇ ਨੂੰ ਤੁਰ ਪਿਆ। ਇੱਕ ਟੋਲੀ ਨਾਮੇ ਮੈਰੇ ਨੂੰ ਫੜ ਲਿਆਈ। ਉਸ ਤੇ ਉਲੰਘਣਾ ਦਾ ਦੋਸ਼ ਸੀ। ਹਾਲੀ ਸਾਰੇ ਡੰਗਰ ਨਹੀਂ ਸਨ ਲੰਘੇ ਤੇ ਉਹਨੇ ਇਸ਼ਨਾਨ ਕਰ ਲਿਆ ਸੀ। ਨਹੀਂ, ਇਹ ਬਿਲਕੁਲ ਝੂਠ ਹੈ। ਮੈਂ ਆਪਣੀ ਵਹਿੜ ਲੰਘਾ ਲਈ ਸੀ ਤੇ ਪਿੱਛੋਂ ਇਸ਼ਨਾਨ ਕੀਤਾ ਸੀ। ਭਾਵੇਂ ਸਾਧ ਨੂੰ ਪੁੱਛ ਲਓ। ਸਾਧ ਜਦੋਂ ਚਲਾ ਗਿਆ ਏ ਉਦੋਂ ਇਹ ਪੱਜ ਲਾਉਣ ਲੱਗਾ ਏ। ਨਾਲੇ ਸਾਧ ਨੂੰ ਕੀ ਪਤਾ ਏ, ਹਜ਼ਾਰਾਂ ਡੰਗਰ ਤੇ ਅਨੇਕਾਂ ਬੰਦੇ ਲੰਘੇ ਨੇ ਉਸ ਕੋਲੋਂ। ਉਹ ਕਿਸ ਨੂੰ ਪਛਾਣੇਗਾ ਤੇ ਕਿਸ ਨੂੰ ਨਹੀਂ। ਚੰਗਾ, ਅਸੀਂ ਮੰਨ ਲਿਆ ਕਿ ਤੇਰੀ ਵਹਿੜ ਲੰਘ ਗਈ ਤੇ ਮਗਰੋਂ ਤੂੰ ਇਸ਼ਨਾਨ ਕੀਤਾ, ਪਰ ਕੀ ਉਸ ਵੇਲੇ ਪਿੰਡ ਦੇ ਸਾਰੇ ਡੰਗਰ ਲੰਘ ਚੁੱਕੇ ਸਨ? ਨਾਮੇ ਨੂੰ ਅੱਗੋਂ ਕੋਈ ਜਵਾਬ ਨਾ ਔੜਿਆ। ਇੱਕ ਖੋਤੀ ਲਿਆਂਦੀ ਗਈ ਤੇ ਪਲਾਣਾ ਪਾਇਆ ਗਿਆ। ਕਿਸੇ ਨੇ ਨੱਸ ਕੇ ਘਰੋਂ ਤਵੇ ਦੀ ਸ਼ਾਹੀ ਵੀ ਲੈ ਆਂਦੀ। ਹਾਲੇ ਨਾਮੇ ਮਹਿਰੇ ਨੂੰ ਉਸ ਖੋਤੀ ਉੱਤੇ 2 ਗੇੜੇ ਦਵਾ ਕੇ ਹਟੇ ਹੀ ਸਨ ਕਿ ਇੱਕ ਹੋਰ ਟੋਲੀ ਭੱਜੀ ਭੱਜੀ ਆਈ। ਖੋਤੀ ਇੱਥੇ ਹੀ ਕਾਬੂ ਰੱਖੋ, ਬੜਾ ਮੋਟਾ ਮੁਰਗਾ ਫਸਿਆ। ਰਾਮ ਸੁੰਦਰ ਨੇ ਰਾਤ ਨੂੰ ਦੀਵਾ ਬਾਲਿਆ ਸੀ। ਦੀਵਾ ਕਾਹਨੂੰ, ਬਿਜਲੀ ਦਾ ਲਾਟੂ।
ਰਾਮ ਸੁੰਦਰ ਪਿੰਡ ਦਾ ਜਵਾਈ ਭਾਈ ਸੀ ਤੇ ਇੱਥੇ ਹੀ ਉਹਨੇ ਕਰਿਆਨੇ ਦੀ ਦੁਕਾਨ ਕੱਢੀ ਹੋਈ ਸੀ। ਬੜਾ ਸਾਊ ਤੇ ਪੜ੍ਹਿਆ ਲਿਖਿਆ ਬੰਦਾ। ਕਾਂਗਰਸੀ ਖਿਆਲਾਂ ਦਾ ਹੋਣ ਕਰਕੇ ਕੁਝ ਜੱਟ ਉਹਨੂੰ ਸਰਕਾਰੀ ਪਿੱਠੂ ਸਮਝਦੇ ਤੇ ਉਸ ਨਾਲ ਕਿੜ ਖਾਂਦੇ ਸਨ। ਚਿੱਟੇ ਖੱਦਰ ਦੇ ਕੱਪੜੇ ਪਾ ਕੇ ਉਹ ਕਿਤੇ ਵਾਂਢੇ ਚਲਿਆ ਗਿਆ ਸੀ ਤੇ ਬੰਤੇ ਹੁਰਾਂ ਦੇ ਹੱਥ ਆ ਗਿਆ। ਰਾਮ ਸੁੰਦਰ ਤੇਲੀਓ ਤੇਲੀ ਹੋਇਆ ਸਭਨਾਂ ਸਾਹਮਣੇ ਖਲੋਤਾ ਸੀ। ਮੈਨੂੰ ਖੋਤੀ ਤੇ ਨਾ ਚਾੜੋ, ਹੋਰ ਜੋ ਮਰਜ਼ੀ ਡੰਨ ਲਾ ਦੋ। ਤੇ ਉਹ ਕੰਬਦੇ ਹੱਥਾਂ ਨਾਲ ਦਸਾਂ ਦੇ ਨੋਟ ਗਿਣਨ ਲੱਗਾ। ਹੈ ਖਾਂ ਖੋਤੀ ਤੇ ਨਾ ਚਾੜੋ, ਤੈਨੂੰ ਲਾਲ ਲੱਗੇ ਹੋਣੇ ਨੇ। ਆਲੇ ਦੁਆਲੇ ਭੀੜ ਇਕੱਠੀ ਹੋ ਗਈ। ਜਿਨ੍ਹਾਂ ਦੇ ਡੰਗਰ ਮਰੇ ਸਨ ਉਹਨਾਂ ਨੂੰ ਤਾਂ ਬਹੁਤ ਗੁੱਸਾ ਸੀ। ਹਨੇਰ ਆ ਗਿਆ, ਪਿੰਡ ਦਾ ਕੋਈ ਸਲੂਕ ਹੀ ਨਹੀਂ ਰਿਹਾ, ਮਰਿਆਦਾ ਹੀ ਮੁੱਕ ਗਈ ਏ। ਤਦੇ ਤੇ ਬਿਮਾਰੀਆਂ ਵਧੀਆਂ ਜਾਂਦੀਆਂ ਨੇ। ਹੰਦੇ ਖਾਣੇ ਬਾਹਮਣਾ ਨੇ ਇਹਨਾਂ ਕੁੱਤੇ ਮੈਰਿਆਂ ਅੱਤ ਚੁੱਕੀ ਹੋਈ ਏ। ਹਜ਼ਾਰ ਦੀਆਂ ਮੱਝਾਂ ਮਰ ਗਈਆਂ ਨੇ ਪਰ ਇਹਨਾਂ ਦੇ ਕੰਨੀ ਜੂੰ ਨਹੀਂ ਸਰਕੀ। ਮੁੰਡੀਰ ਵਾਧਾ ਕਦੇ ਖੋਤੀ ਨੂੰ ਤੇ ਕਦੇ ਰਾਮ ਸੁੰਦਰ ਨੂੰ ਹੁਸ ਕਰਨ ਲੱਗਾ। ਭੀੜ ਵਿੱਚੋਂ ਕੋਈ ਐਵੇਂ ਹੀ ਉਹਨੂੰ ਹੁੱਜ ਮਾਰ ਜਾਂਦਾ ਹੈ। ਦੋ ਬਜ਼ੁਰਗ ਵਿੱਚ ਪਏ, ਮੁੰਡਿਓ ਇਹ ਪਿੰਡ ਦਾ ਜਵਾਈ ਏ, ਇਹਨੂੰ ਮਾਫ਼ ਕਰ ਦਿਓ। ਹੈ ਖਾਂ ਪਿੰਡ ਦਾ ਜਵਾਈ ਹੋਵੇਗਾ ਤਾਂ ਲੁਹਾਏ ਬਾਹਮਣ ਦਾ, ਸਾਡਾ ਤਾਂ ਕੁਝ ਨਹੀਂ ਲੱਗਦਾ। ਹਾਂ ਸਾਲਾ ਲੱਗ ਸਕਦਾ, 50 ਦੀ ਥਾਂ 60 ਭਰ ਲਓ ਪਰ ਖੋਤੀ ਤੇ ਨਾ ਚੜਾਓ। ਤੇ ਨਾਮਾ ਬੰਦਾ ਨਹੀਂ ਹੋਣਾ ਜਿਸ ਨੂੰ ਅਸੀਂ ਖੋਤੀ ਤੇ ਚੜਾਇਆ। ਅਸੀਂ ਸਫੇਦ ਪੋਸ਼ੀ ਦੇ ਲਿਹਾਜ਼ ਨਹੀਂ ਪਾਲਣ ਦੇਣੇ, ਪਰ ਇਹ ਸਾਹਮਣੇ ਸਭੇ ਬਰਾਬਰ ਨੇ, ਕਾਮਰੇਡ ਬੋਲਿਆ। ਬੰਤਾ ਬੜੀ ਪਹਿਲਾਂ ਕਾਮਰੇਡਾਂ ਦੀ ਪਾਰਟੀ ਵਿੱਚ ਹੁੰਦਾ ਸੀ। ਇੱਕ ਵਾਰੀ ਕਿਸਾਨ ਮੋਰਚੇ ਵਿੱਚ ਕੈਦ ਵੀ ਘਟ ਆਇਆ ਸੀ। ਪਾਕਿਸਤਾਨ ਬਣਨ ਵੇਲੇ ਪਿੰਡ ਦੇ ਮੁਸਲਮਾਨਾਂ ਦਾ ਮਾਲ ਲੁੱਟਣ ਕਰਕੇ ਕਾਮਰੇਡਾਂ ਵਿੱਚੋਂ ਨਿਕਲ ਗਿਆ ਤੇ ਹੁਣ ਹੱਦ ਉੱਤੇ ਬਲੈਕ ਵਾਂਦਾ ਸੀ। ਪਰ ਪਿੰਡ ਵਿੱਚ ਸਾਰੇ ਉਸ ਨੂੰ ਕਾਮਰੇਡ ਕਹਿ ਕੇ ਬੁਲਾਉਂਦੇ ਸਨ। ਚੰਗਾ ਇੰਜ ਕਰਦੇ ਆ, ਨਾਮੇ ਮੈਰੇ ਨੂੰ ਪੁੱਛ ਲੈਂਦੇ ਆ, ਜੇ ਉਹ ਇਹਨੂੰ ਮਾਫੀ ਦੇ ਦੇ ਤਾਂ ਸਾਡੇ ਵੱਲੋਂ ਇਹ ਬਰੀ। ਨਾਮੇ ਨੂੰ ਬੁਲਾਇਆ ਗਿਆ। ਉਹਦੇ ਮੂੰਹ ਤੋਂ ਤਵੇ ਦੀ ਸ਼ਾਹੀ ਹਾਲੀ ਪੂਰੀ ਤਰ੍ਹਾਂ ਨਹੀਂ ਲੱਥੀ ਸੀ। ਲੋਕੀ ਹੱਸਣ ਲੱਗ ਪਏ। ਨਾਮੇ ਨੇ ਧਮਕ ਕੇ ਕਿਹਾ, ਭਰਾਵੋ ਜੇ ਮੇਰੀ ਇੱਜ਼ਤ ਇਸ ਨਾਲੋਂ ਮਾੜੀ ਹੈ ਤਾਂ ਬਿਨਾਂ ਸ਼ੱਕ ਇਸ ਨੂੰ ਮਾਫੀ ਦੇ ਦਿਓ, ਪਰ ਜੇ ਮੇਰੀ ਇੱਜ਼ਤ ਇਹਦੀ ਇੱਜ਼ਤ ਦੇ ਬਰਾਬਰ ਸਮਝਦੇ ਹੋ ਤਾਂ ਇਹਨੂੰ ਵੀ ਉਹੀ ਸਜ਼ਾ ਦੇ ਦਿਓ। ਕਾਮਰੇਡ ਦੀ ਚੜ੍ਹ ਮੱਚ ਗਈ। ਮੁੰਡੀਰ ਵਾਦੇ ਨੇ ਬੜੀ ਉੱਧੜ ਧੰਮੀ ਮਚਾਈ। ਖੋਤੀ ਉੱਤੇ ਪਲਾਣਾ ਫੇਰ ਕੱਸਿਆ ਗਿਆ। ਦੋਵੇਂ ਬਜ਼ੁਰਗਾਂ ਨੇ ਪਿੰਡ ਦੇ ਜਵਾਈ ਹੋਣ ਦਾ ਤਰਲਾ ਮਾਰ ਕੇ ਇਹ ਛੋਟ ਲੈ ਲਈ ਕਿ ਰਾਮ ਸੁੰਦਰ ਦਾ ਮੂੰਹ ਕਾਲਾ ਨਾ ਕੀਤਾ ਜਾਏ। ਕਾਮਰੇਡ ਤੇ ਉਹਦੇ ਜੋਟੀਦਾਰਾਂ ਰਾਮ ਸੁੰਦਰ ਨੂੰ ਚੁੱਕ ਕੇ ਖੋਤੀ ਉੱਤੇ ਝਾੜ ਦਿੱਤਾ। ਇਹਦੇ ਮੂੰਹ ਤੇ ਸ਼ਾਹੀ ਮਲਣ ਦੀ ਲੋੜ ਹੀ ਨਹੀਂ, ਪਹਿਲਾਂ ਹੀ ਕਿਵੇਂ ਕਾਲਾ ਹੋਇਆ ਪਿਆ ਏ। ਕਿਉਂ ਭਾਈ ਲਾਲਾ, ਕਿਸ ਭਾਅ ਵਿਕਦੀ ਏ? ਹੁਣ ਸੁਣੋ ਅਖਬਾਰ ਦੀ ਕੋਈ ਖਬਰ, ਕਿਵੇਂ ਚੱਪੜ ਆਪਣੀ ਸਰਕਾਰ ਦੇ ਗੁਣ ਗਾਉਂਦਾ ਹੁੰਦਾ ਏ। ਦੁਪਹਿਰ ਦਾ ਇਹ ਖੋਰੂ ਮੁੱਕਿਆ ਹੀ ਸੀ ਕਿ ਪਿੰਡ ਵਿੱਚੋਂ 2 ਮੱਝਾਂ ਮਰਨ ਦੀ ਖਬਰ ਆ ਗਈ। ਤਖਤ ਪੋਸ਼ ਉੱਤੇ ਬੈਠ ਕੇ ਵਿਚਾਰਾਂ ਹੋਣ ਲੱਗ ਪਈਆਂ। ਪੂਰਾ ਪਾ ਦੀ ਇਹ ਉਲੰਘਣਾ ਕਰਨ ਵਾਲੇ ਹੋਣ ਹੀ ਨਹੀਂ ਦਿੰਦੇ। ਬਿਮਾਰੀ ਖਲੋਵੇ ਕਿਵੇਂ? ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਸਾਧ ਛੱਡੋ, ਡਾਕਟਰ ਕੋਲੋਂ ਟੀਕੇ ਲਵਾਈਏ। ਇਹ ਤਾਂ ਪਖੰਡੀ ਸਾਧ ਸੀ, ਐਵੇਂ ਸਾਧਾਂ ਦੇ ਨਾਮ ਬਦਨਾਮ ਕਰਦਾ ਪਿਆ। ਪ੍ਰਤਾਪੀ ਸਾਧ ਦੀ ਕੋਈ ਰੀਸ ਨਹੀਂ। ਰਾਤ ਨੂੰ ਇਹ ਸਾਧ ਵਿੱਚ ਠੋਂਕੇ ਲਾਉਂਦਾ ਰਿਹਾ ਸੀ। ਸਾਡੀ ਪੱਤੀ ਵਾਲਾ ਭਾਈ ਦੱਸਦਾ ਸੀ, ਭਾਈ ਐਵੇਂ ਕੁਫਰ ਤੋਲਦਾ ਏ। ਜਿਹੜੇ ਸਾਧੂ ਨੂੰ ਲਿਆਏ ਸਨ ਉਹਨਾਂ ਵਿੱਚੋਂ ਇੱਕ ਬੋਲਿਆ, ਪਰ ਦਾਨ ਦੀ ਕਣਕ ਵਿੱਚ 2 ਮਣ ਚੇਤੇ ਸ਼ਾਹ ਕੋਲੋਂ ਘਿਓ ਤੇ ਹੋਰ ਸੌਦੇ ਦੇ ਮੁੱਲ ਲਈ ਕਿਉਂ ਕਟਾ ਗਿਆ? ਪਿੰਡ ਦਾ ਦਾਨ ਪਿੰਡ ਵਿੱਚ ਭੋਰਾ ਹੀ ਰਹਿ ਜਾਏ ਤਾਂ ਪੁੰਨ ਕਿਵੇਂ ਲੱਗੇ? ਚੇਤੂ ਕੰਜਰ ਨੂੰ ਹੀ ਇਹ ਅਕਲ ਕਰਨੀ ਚਾਹੀਦੀ ਸੀ। ਉਹਨੇ ਕਿਉਂ ਇਹ ਕਣਕ ਲਈ? ਪੈਸੇ ਕੋਈ ਭੱਜੇ ਥੋੜੇ ਜਾਂਦੇ ਸਨ। ਕੱਲ ਪਰਸੋਂ ਜਾ ਕੇ ਲਿਆਉਂਦਾ, ਡੇਰਾ ਕਿਹੜਾ ਵਲੈਤ ਸੀ। ਇਹਨਾਂ ਹਟਵਾਣੀਆਂ ਦੀ ਭਲੀ ਪੁੱਛੀ ਜੇ, ਇਹਨਾਂ ਨੂੰ ਤਾਂ ਆਪਣੇ ਨਾਵੇਂ ਨਾਲ ਹੀ ਏ। ਜਾਂਦੀ ਰੰਡੀ ਹੋ ਜਾਏ ਭਾਵੇਂ, ਲਾਗੀਆਂ ਤੇ ਲਾਗ ਲੈ ਹੀ ਲੈਣਾ ਏ। ਨਾਲੇ ਮੈਂ ਤਾਂ ਇੱਕ ਹੋਰ ਸੁਣੀ ਏ, ਠਾਕਰ ਦੁਆਰੇ ਵਾਲੇ ਚੁਰਸਤੇ ਵਿੱਚ ਰਾਤ ਸੰਡੇ ਦਾ ਸਿਰ ਰੱਖ ਕੇ ਕੋਈ ਤੀਵੀਂ ਨਾ ਆ ਗਈ ਏ। ਕਿਸੇ ਸਾਧ ਨੇ ਮੁੰਡਾ ਲੈਣ ਦੀ ਵਿਧੀ ਦੱਸੀ ਹੋਈ ਏ। ਜਦੋਂ ਕਿਤੇ ਟੂਣਾ ਟਾਮਣ ਹੋ ਰਿਹਾ ਹੋਵੇ ਤਾਂ ਹੱਡੋ ਰੌੜੀ ਤੋਂ ਸੰਡੇ ਦਾ ਸਿਰ ਲਿਆ ਕੇ ਕਿਸੇ ਦੀਆਂ ਢਾਹੀਂ ਸੁਣਾਈ ਦਿੱਤੀਆਂ। ਨੇੜੇ ਆਉਣ ਉੱਤੇ ਪਤਾ ਲੱਗਾ ਤੇਜੂ ਮਜ਼ਹਬੀ ਬੌਂਦਲਿਆ ਹੋਇਆ ਮੇਰੀ ਬਿੱਲੋ ਕੂਕੀ ਜਾਂਦਾ ਸੀ। ਬੜੀ ਮੁਸ਼ਕਲ ਨਾਲ ਉਹਦੀ ਪੂਰੀ ਗੱਲ ਦਾ ਪਤਾ ਲੱਗਾ। ਬਾਹਰੋਂ ਚਰ ਕੇ ਆਈ, ਕੰਨ ਢਿੱਲੇ, ਅੱਖਾਂ 'ਚ ਗਿੱਡ, ਰੂਨਾ ਮੂੰਹ। ਮੇਰੇ ਹੱਥੋਂ ਬੁਰਕੀ ਵੀ ਨਾ ਲਈ। ਸੰਘਾ ਟੱਡਿਆ ਗਿਆ।
ਸੱਜਣ ਸਿੰਘ ਨੇ ਸੀਖ ਤਾ ਕੇ ਗਿਲਟੀ ਗਾਲਣ ਦਾ ਉਪਰਾਲਾ ਕੀਤਾ। ਦੇਸੀ ਘਿਓ ਵੀ ਉਹਨੂੰ ਦਿੱਤਾ, ਪਰ ਉਹ ਫੁੜਕ ਕੇ ਜਾ ਪਈ। ਬੜੀ ਬੂਟੇ ਦੀ ਮੱਝ ਸੀ। ਮੈਂ ਤੇ ਆਪਣੇ ਬਿੱਲੂ ਦਾ ਇੱਕ ਵਾਲ ਵੀ। ਸਭਨਾਂ ਤੇਜੂ ਨਾਲ ਬੜੀ ਹਮਦਰਦੀ ਜਤਾਈ ਤੇ ਭਾਣਾ ਮੰਨਣ ਲਈ ਕਿਹਾ। ਮੇਰੀ ਚਾਚੇ ਪ੍ਰਤਾਪੀ ਸਾਧ ਬਿਨਾਂ ਪਿੰਡ ਦੀ ਬਿਪਤਾ ਨਹੀਂ ਟਾਲਣੀ। ਉਹਦੀ ਤਾਂ ਮਹਿਮਾ ਹੀ ਅਪਰੰਪਾਰ ਏ, ਜਿਸ ਆਪਣੀ ਇੰਦਰੀ ਘੱਟ ਛੱਡੀ। ਸਰਪੰਚ ਨੇ ਬੜੇ ਵਜ਼ਨ ਨਾਲ ਕਿਹਾ। ਮੇਰੀ ਮੰਨੋ ਤਾਂ ਬੰਦੇ ਹੁਣੀ ਉਹਦੇ ਵੱਲ ਤੋਰ ਦਿਓ। ਜੇ ਅਸਾਂ ਗੱਲ ਸਵੇਰ ਉੱਤੇ ਛੱਡ ਦਿੱਤੀ ਤੇ ਫਿਰ ਕਿਤੇ ਕੱਲ੍ਹ ਵਾਂਗ ਸਾਡੇ ਤੋਂ ਪਹਿਲਾਂ ਉਹਨੂੰ ਕੋਈ ਹੋਰ ਨਾ ਲੈ ਜਾਏ। ਸਾਰਾ ਪਿੰਡ ਪ੍ਰਤਾਪੀ ਸਾਧ ਨੂੰ ਉਡੀਕ ਰਿਹਾ ਸੀ, ਕਦੋਂ ਉਹਨਾਂ ਦੇ ਪਿੰਡ ਚਰਨ ਪਾਉਂਦਾ ਤੇ ਡੰਗਰਾਂ ਦਾ ਟੂਣਾ ਕਰਦਾ। ਪਰ ਤੇਜੂ ਮਜ਼੍ਹਬੀ ਨੂੰ ਹੁਣ ਕੋਈ ਉਡੀਕ ਨਹੀਂ ਸੀ ਰਹੀ। ਉਹਦੇ ਭਾਗਾਂ ਦੀ ਡੋਰ ਟੁੱਟ ਚੁੱਕੀ ਸੀ। ਧੰਨਵਾਦ।